देश दुनिया च वसते पंजाबियों को जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, धरातल ते इंज लगदा जिवें एक जंग लड़ी जा रही है। पंजाब के हक्कां हितां दे नज़रिए तो एक युद्ध विढ़िया गया और उस युद्ध दे विच हर कोई अपने आप नूं वड्डा जरनैल अखवाउणा चाह रहा, दर्शाउणा चाह रहा। पर जंग लड़ी किहड़ी जा रही वो भी दस दिओ ना। लड़ी अपने चेहरिਆਂ ਦੀ, मैं दूजे नालों ज्यादा अहम ते ज्यादा वड्डा ते ज्यादा योद्धा जरनैल हां ते मैं ही पंजाब नूं रिप्रजेंट करदा हां। युद्ध ये लड़िया जा रहा, मतलब पंजाब जिहड़ा आ वो 2 नंबर ते आ, अपना आप साडा जिहड़ा निज आ वो 1 नंबर ते आ। ਜਿਹੜੇ पिछले दहाकिਆਂ ਤੋਂ सत्ता ते काबज सी, जिन्हां दी जिम्मेवारी सी इस खित्ते स्टेट नूं अगे लैके जाना, वो स्टेट तां अगे ना वधी, स्टेट तां पिछां चलेगी। लेकिन साडे जे चेहरे वड्डे हो गए, जे असीं अगे वध गए, ਇਹਦਾ मतलब है कि ਜਿਹੜੀ जंग स्टेट ਲਈ लड़नी सी वो कदे लड़ी नहीं गई। ਅੱਜ ਤੁਸੀਂ ਸੁਭਾਵਕ ਜਦੋਂ ਗੱਲ ਸ਼ੁਰੂ ਕੀਤੀ ਤੇ ਅੱਜ ਸ਼ੇਰੇ ਪੰਜਾਬ ਜਿਹੜਾ ਦੂਸਰਾ ਖਾਲਸਾ ਰਾਜ ਹੈ ਉਸ ਸ਼ੇਰੇ ਪੰਜਾਬ ਦੀ ਅੱਜ ਬਰਸੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਅੱਜ ਆਖਰੀ ਦਿਨ ਸੀ ਜ਼ਿੰਦਗੀ ਦਾ। 1839 ਦੇ ਵਿੱਚ ਅੱਜ ਦੇ ਦਿਨ ਉਹ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਉਹ ਵੀ ਤੇ ਇੱਕ ਬਾਦਸ਼ਾਹ ਸੀ, ਉਹ ਵੀ ਤੇ ਪੰਜਾਬ ਦਾ ਸੀ, ਜਿਸ ਨੇ ਜੇ ਪੰਜਾਬ ਦੇ ਵਿੱਚ ਕਾਲ ਪੈ ਗਿਆ ਤੇ ਆਪ ਪਾਂਡੀ ਬਣ ਕੇ ਰਾਦੇ ਨੇੜੇ ਤੁਰ ਪਿਆ ਸੀ। ਖਾਲਸਾ ਰਾਜ ਅਜੇ ਵੀ ਵਿਸ਼ਵ ਪੱਧਰ ਦੇ ਉੱਤੇ ਉਹਦਾ ਜ਼ਿਕਰ ਆਉਂਦਾ ਹੈ। ਜਦੋਂ ਕਿਤੇ ਆ ਪਿੱਛੇ BBC ਨੇ VOTING ਕਰਵਾਈ ਤੇ ਉਹ ਵੱਡੇ ਰਾਜਾਂ ਦੇ ਵਿੱਚੋਂ ਸਭ ਤੋਂ ਉੱਤਮ ਰਾਜ ਮਹਾਰਾਜਾ ਰਣਜੀਤ ਸਿੰਘ ਤੇ ਸਭ ਤੋਂ ਵੱਡਾ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੇ ਇਨਾਮ ਜਿੱਤ ਲਿਆ। ਮੈਂ ਕਿਹਾ ਜੀ ਅੱਜ ਤੁਸੀਂ ਚਾਈਨਾ ਦੇ ਨਾਲ ਜਿਹੜੀ ਲਦਾਖ ਦੇ ਉੱਤੇ ਲੜਾਈ ਲੜ ਰਹੇ ਹੋ, ਇਹ ਲਦਾਖ ਜਿਹੜਾ ਇਹ ਸਿੱਖ ਰਾਜ ਦਾ ਹਿੱਸਾ ਰਿਹਾ। ਜਨਰਲ ਜ਼ੋਰਾਵਰ ਸਿੰਘ ਜਿਹੜਾ ਉਧਰੋਂ ਸਰਦਾਰ ਸੀ ਸਿੱਖ ਰਾਜ ਦਾ, ਉਹਨੂੰ ਇਹਨੂੰ ਫਤਿਹ ਕੀਤਾ ਹੋਇਆ। ਜਦੋਂ ਜਰਨੈਲ ਘਵਾਉਣਾ ਹੋਵੇ ਤੇ ਓਡੇ ਵੱਡੇ ਮਿਆਰ ਰੱਖਣੇ ਪੈਂਦੇ ਆ। ਜਦੋਂ ਜਰਨੈਲ ਘਵਾਉਣਾ ਹੋਵੇ ਤੇ ਉਦੋਂ ਇਹ ਨਹੀਂ ਦੇਖਿਆ ਜਾਂਦਾ ਕਿ ਮੇਰੇ ਮੋਢੇ ਤੇ ਫੀਤੀਆਂ ਕਿੰਨੀਆਂ, ਉਦੋਂ ਸੀਨੇ ਦੇ ਵਿੱਚ ਜਜ਼ਬਾ ਕਿੰਨਾ, ਜੋਸ਼ ਕਿੰਨਾ। ਜਦੋਂ ਸਭਰਾਵਾਂ ਵਾਲੀ ਜੰਗ ਹੁੰਦੀ ਹੈ ਉਸ ਵੇਲੇ ਰਾਣੀ ਜਿੰਦਾ ਜਿਹੜੀ ਆ ਸ਼ਾਮ ਸਿੰਘ ਅਟਾਰੀ ਨੂੰ ਇੱਕ ਚਿੱਠੀ ਲਿਖਦੀ ਹੈ ਔਰ ਸ਼ਾਮ ਸਿੰਘ ਅਟਾਰੀ ਬਿਰਧ ਅਵਸਥਾ ਵਿੱਚ ਘਰ ਬੈਠੇ ਨੇ, ਘਰੋਂ ਹੀ ਚਿੱਟੀ ਪੋਸ਼ਾਕ ਪਾ ਕੇ ਚਿੱਟੇ ਘੋੜੇ ਤੇ ਸਵਾਰ ਹੋ ਕੇ ਕਿਰਪਾਨ ਲੈ ਕੇ ਨਿਕਲ ਪੈਂਦੇ ਨੇ। ਮਰਹੂਮ ਕਵੀਸ਼ਰ ਜੋਗਾ ਸਿੰਘ ਜੋਗੀ ਜਦੋਂ ਮਹਾਰਾਣੀ ਜਿੰਦਾਂ ਦੀ ਉਹ ਵਾਰ ਉਹ ਪ੍ਰਸੰਗ ਸੁਣਾਉਂਦੇ ਹੁੰਦੇ ਸੀ, ਬਿਲਕੁਲ ਕਿਆ ਕਮਾਲ ਸੀ। ਮੈਂ ਤਾਂ ਇਹ ਪੁੱਛਦਾ ਹਾਂ, ਇੱਕ ਰਾਜ ਉਹ ਸੀ, ਇੱਕ ਜਰਨੈਲੀਆਂ ਉਹ ਸੀ ਤੇ ਇੱਕ ਅੱਜ ਦੀਆਂ, ਕਿ ਮੈਨੂੰ ਇਹ ਦਿਖਾਉਣਾ ਹੈ ਕਿ ਮੈਂ ਦੇਖੋ ਮੈਂ ਜ਼ੁਬਾਨ ਨਾਲ ਕੀ ਕਰ ਰਿਹਾ। ਬਿਲਕੁਲ। ਦੂਜੀ ਗੱਲ ਸਰਦਾਰ ਸਾਹਿਬ, ਇੱਕ ਹੋਰ ਪੱਖ ਆ, ਇਹ ਪਹਿਲੂ ਏਡੇ ਵੱਡੇ ਮਹਾਰਾਜੇ ਦਾ ਰਾਜ ਕਿਵੇਂ ਗਿਆ, ਇਹ ਵੀ ਸੋਚਣ ਸਮਝਣ ਵਾਲੀ ਗੱਲ ਆ। ਅਜੋਕੇ ਰਾਜ ਕਿੱਥੇ ਨੇ, ਅਜੋਕੇ ਰਾਜਾਂ 'ਚ ਕੀ ਹੋਇਆ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਇਹ ਸੁਣੀਂਦਾ ਹੈ, ਇਤਿਹਾਸ ਦਾ ਹਿੱਸਾ ਹੈ ਕਿ ਜਦੋਂ ਰਾਣੀਆਂ ਸਤੀ ਹੋਣ ਲੱਗੀਆਂ ਤੇ ਉਦੋਂ ਧਿਆਨ ਸੋਂ ਡੋਗਰਾ ਵੀ ਛਾਲਾਂ ਮਾਰ ਕਹਿੰਦਾ ਸੀ ਮੈਂ ਚਿਖਾ 'ਚ ਸਤੀ ਹੋਣਾ। ਜਦੋਂ ਮਹਾਰਾਜਾ ਰਣਜੀਤ ਸਿੰਘ ਬਹੁਤ ਜ਼ਿਆਦਾ ਬਿਮਾਰ ਹੋ ਗਿਆ, ਉਹਨ ਆਪਣੇ ਬੱਚੇ ਜਿਹੜਾ ਮਹਾਰਾਜਾ ਕੁੰਵਰ ਖੜਕ ਸਿੰਘ ਨੂੰ ਰਾਜ ਸੱਤਾ ਸੌਂਪ ਦਿੱਤੀ, ਬਾਦਸ਼ਾਹ ਬਣਾਤਾ ਔਰ ਉਹਦੇ ਨਾਲ ਹੀ ਅਗਵਾਈ ਦੇ ਲਈ ਧਿਆਨ ਸਿੰਘ ਡੋਗਰੇ ਨੂੰ ਪ੍ਰਧਾਨ ਮੰਤਰੀ ਬਣਾਤਾ ਤੇ ਜਦੋਂ ਕਹਿੰਦੇ ਕਿ ਚਿਖਾ ਸਜੀ ਇਹਦੀ ਸ਼ੇਰੇ ਪੰਜਾਬ ਦੀ ਤੇ ਜਿਹੜੀਆਂ ਰਾਣੀਆਂ ਸੀ ਕਰੀਬੀ ਉਹ ਚਿਖਾ 'ਚ ਬੈਠ ਗਈਆਂ। ਧਿਆਨ ਸਿੰਘ ਡੋਗਰਾ ਭੱਜ ਕੇ ਜਾਵੇ ਤੇ ਧਿਆਨ ਸਿੰਘ ਡੋਗਰੇ ਦਾ ਭਰਾ ਗੁਲਾਬ ਸਿੰਘ ਡੋਗਰਾ ਉਹਨੂੰ ਬਾਰ-ਬਾਰ ਬਾਂਹ ਫੜ ਕੇ ਲੈ ਕੇ ਆਵੇ ਵੀ ਰਹਿਣ ਦੇ। ਜਦੋਂ ਨਾ ਹੀ ਹਟਿਆ ਤੇ ਤੇਰੇ ਬਿਨਾ ਰਾਜ ਕਿੱਦਾਂ ਚੱਲੂ। ਗੁਲਾਬ ਸਿੰਘ ਡੋਗਰੇ ਨੇ ਉੱਚੀ ਆਵਾਜ਼ 'ਚ ਕਿਹਾ, ਧਿਆਨ ਸਿਆ ਜੇ ਤੂੰ ਸੜ ਗਿਆ ਚਿਖਾ 'ਚ ਤੇ ਤੇਰੇ ਬਿਨਾ ਪੰਜਾਬ ਦਾ ਖਾਲਸਾ ਰਾਜ ਸੰਭਾਲੂ ਕੌਣ। ਜਿਹੜੇ ਪੰਥ ਪ੍ਰਸਿੱਧ ਢਾਡੀ ਨੇ ਗਿਆਨੀ ਸੋਹਣ ਸਿੰਘ ਸ਼ੀਤਲ, ਉਹ ਆਪਣੀ ਕਿਤਾਬ ਸਿੱਖ ਰਾਜ ਕਿਵੇਂ ਗਿਆ 'ਚ ਲਿਖਦੇ ਨੇ, ਕਹਿੰਦੇ ਅਸਲ 'ਚ ਤੇ ਗੁਲਾਬ ਸਿੰਘ ਜਿਹੜਾ ਸੀ ਉਹਨੇ ਜਿਹੜੀ ਗੱਲ ਕਹੀ ਸੀ ਉਹ ਤੇ ਕਹਿੰਦੇ ਅਸੀਂ ਇਤਿਹਾਸ 'ਚ ਸਮਝੀ ਨਹੀਂ। ਕਹਿੰਦੇ ਅਸਲ 'ਚ ਗੁਲਾਬ ਸਿੰਘ ਨੇ ਇਹ ਕਿਹਾ ਸੀ ਜੇ ਤੂੰ ਮਰ ਗਿਆ ਤੇ ਖਾਲਸਾ ਰਾਜ ਦਾ ਬੇੜਾ ਗਰਕ ਕਿਨ ਕਰਨਾ। ਅਸੀਂ ਕਿਸੇ ਵਰਗ ਵਿਸ਼ੇਸ਼ ਦੇ ਉੱਤੇ ਟਿੱਪਣੀ ਨਹੀਂ ਕਰਦੇ, ਲੇਕਿਨ ਹਰੇਕ ਸਮੇਂ ਦੇ ਵਿੱਚ ਜਿਹੜੇ ਘਰ ਦੇ ਭੇਤੀ ਸੀ, ਜਿਹੜੇ ਲੋਕ ਤੁਹਾਡੇ ਨਾਲ ਰਹਿ ਕੇ ਤੁਹਾਡੇ ਦੁਸ਼ਮਣ ਸੀ, ਉਹਨਾਂ ਨੇ ਤੁਹਾਨੂੰ ਉੱਥੇ ਚਰਾਏ 'ਚ ਲਿਆ ਕੇ ਸ਼ਰੇਆਮ ਨੰਗਾ ਕੀਤਾ। ਤੁਹਾਨੂੰ ਯਾਦ ਕਰਾਵਾਂ, ਇੱਕ ਸਮਾਂ ਐਸਾ ਵੀ ਆਇਆ ਸੀ ਜਦੋਂ ਪੰਜਾਬ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਰਾਜ ਸ਼ੇਰੇ ਪੰਜਾਬ ਦਾ ਰਾਜ ਹੈ। 1997 ਵਿੱਚ ਸਾਨੂੰ ਯਾਦ ਹੈ ਉਸ ਵੇਲੇ ਦਾਅਵਾ ਕੀਤਾ ਗਿਆ ਸੀ ਕਿ ਇਹ ਰਾਜ ਜਿਹੜਾ ਪੰਜਾਬ ਨੂੰ ਇਸ ਵੇਲੇ ਦਿੱਤਾ ਗਿਆ ਇਹ ਸ਼ੇਰੇ ਪੰਜਾਬ ਦੀ
ਰਾਜ ਦੀ ਪੂਰੀ ਤਰਜ਼ ਦੇ ਉੱਤੇ ਤੇ ਹੈ। ਫਿਰ ਉੱਥੋਂ ਅੱਗੇ ਸਲੋਗਨ ਆਉਂਦਾ ਹੈ ਰਾਜ ਨਹੀਂ ਹਾਂ, ਸੇਵਾ। ਸੇਵਾ। ਲੇਕਿਨ ਮੈਂ ਇੱਕ ਗੱਲ ਕਹਾਂ ਦੋਸਤੋ, ਅਸੀਂ ਇਤਿਹਾਸ ਨਹੀਂ ਫਰੋਲ ਰਹੇ, ਲੇਕਿਨ ਇਤਿਹਾਸ 'ਚ ਜਾਏ ਬਿਨਾ ਸਾਡਾ ਗੁਜ਼ਾਰਾ ਵੀ ਨਹੀਂ। ਸਵਾਲ ਇਹ ਮਾਂ ਕਿ ਜਦੋਂ ਸਰਬ ਪਾਰਟੀ ਮੀਟਿੰਗ ਹੁੰਦੀ ਆ, ਉਸ ਤੋਂ ਬਾਅਦ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਆਪਣੀ ਰਿਕਾਰਡਿੰਗ ਪੇਸ਼ ਕਰਦੇ ਆ ਜੀ। ਕਿ ਉਹਨਾਂ ਦਾ, ਔਰ ਸਾਡੇ ਵਰਗੇ ਜੰਨੇ ਟੀਵੀ ਚੈਨਲ ਆ, ਉਹਨਾਂ ਨੇ ਇਹਨੂੰ ਬੜੇ ਵਧੀਆ ਤਰੀਕੇ ਨਾਲ ਚਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਔਰ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਸਿੰਘ ਫਸ ਗਏ। ਜੀ। ਇੱਕ ਅਨਾਉਂਸਮੈਂਟ ਹੋ ਗਈ ਕਿ ਮੰਤਰਾਲੇ ਕੀ ਅਸੀਂ ਪੰਜਾਬ ਤੇ ਕਿਸਾਨੀ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਆ, ਲੇਕਿਨ ਉਹ ਕੁਰਬਾਨੀ ਕੁਝ ਘੰਟਿਆਂ ਬਾਅਦ ਵਾਪਸ ਲੈ ਲਈ ਗਈ। ਬਸ ਹੁਣ ਮੈਂ ਤੁਹਾਨੂੰ ਇੱਥੇ, ਤੁਸੀਂ ਆਪਣੀ ਜਿਹੜੀ ਗੱਲ ਕਹੀ ਸੀ ਨਾ ਵੀ ਜੰਗ ਸ਼ੁਰੂ ਹੋ ਗਈ, ਅਸਲ ਦੇ ਵਿੱਚ ਰੰਧਾਵਾ ਜੀ ਜੰਗ ਜਿਹੜੀ ਸੀ ਪੰਜਾਬ ਦੇ ਹਿੱਤਾਂ ਲਈ ਨਹੀਂ ਹੋਈ, ਪੰਜਾਬ ਦੇ ਹੱਕਾਂ ਲਈ ਨਹੀਂ ਹੋਈ, ਕਿਸਾਨੀ ਲਈ ਨਹੀਂ ਹੋਈ, ਬਲਕਿ ਲੀਡਰਾਂ ਦੀ ਆਪਣੀ ਸਵੈਮਾਣ ਤੇ ਆਪਣੀ ਹੋਂਦ ਦੀ ਸ਼ੁਰੂ ਹੋਈ। ਯੁੱਧ ਹੈ ਹੀ ਇਹੀ ਹੈ ਕਿ ਸਿਰਫ ਸੱਤਾ ਤੇ ਕਾਬਜ ਜੀ। ਕਿਵੇਂ ਹੋਣਾ। ਹਾਂ, ਔਰ ਬਸ। ਸੱਤਾ ਤੇ ਕਾਬਜ ਹੋਣ ਲਈ ਲੋਕਾਂ ਨੂੰ ਇਹ ਦਿਖਾਉਣਾ ਪੈਣਾ ਕਿ ਅਸੀਂ ਤੁਹਾਡੇ ਸਭ ਤੋਂ ਵੱਡੇ ਖੈਰ ਖਵਾਏ। ਬਿਲਕੁਲ। ਉਹ ਦਿਖਾਉਣ ਲਈ ਸਾਨੂੰ ਕੋਈ ਨਾਟਕ, ਕੋਈ ਡਰਾਮਾ ਕਰਨਾ ਪਵੇ, ਜੀ। ਕੋਈ ਮੁਸ਼ਕਲ ਨਹੀਂ। ਭਾਵੇਂ ਪਿਛਲੇ 100 ਡਰਾਮੇ ਵੇਖ ਕੇ ਸਾਨੂੰ ਪਤਾ ਹੈ ਕਿ ਹਾਂ। ਸਭ ਡਰਾਮਾ ਹੋ ਰਿਹਾ, ਜੀ। ਲੇਕਿਨ ਸਰਦਾਰ ਸਾਹਿਬ ਇੱਕ ਹੋਰ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਆਖਰ ਜਿਹੜੀ ਜੰਗ ਤੁਸੀਂ ਲੜਨ ਦੀ ਗੱਲ ਕਰ ਰਹੇ ਹੋ, ਜੀ। ਜਿਨ੍ਹਾਂ ਲੋਕਾਂ ਲਈ ਤੁਸੀਂ ਜੰਗ ਲੜ ਰਹੇ ਹੋ, ਜੀ। ਉਹਨਾਂ ਲੋਕਾਂ ਦੀ ਤੁਸੀਂ ਵਾਗਡੋਰ ਹਾਂ। ਦਹਾਕਿਆਂ ਤੋਂ ਸੰਭਾਲੀ ਬੈਠੇ ਹੋ। ਜੀ। ਉਹਨਾਂ ਦੀ ਇਹ ਅਧੋਗਤੀ ਲਈ ਜ਼ਿੰਮੇਵਾਰੀ ਕਿਹਨੂੰ ਦਈਏ? ਆਖਰ ਤੁਸੀਂ ਉਹਨਾਂ ਨੂੰ ਹੁਣ ਕਿਸ ਦੇ ਓਟ ਆਸਰੇ ਤੇ ਛੱਡ ਚੱਲੇ? ਇੱਕ ਹੋਰ ਇਤਿਹਾਸਕ ਹਵਾਲਾ, ਇੱਕ ਰੈਫਰੈਂਸ ਹੋਰ। ਜੀ। ਜਦੋਂ ਮੁਗਲਾਂ ਨਾਲ ਸਿੱਖਾਂ ਦਾ, ਸਰਦਾਰਾਂ ਦਾ ਯੁੱਧ ਹੁੰਦਾ ਸੀ, ਜੀ। ਔਰ ਸੁਣੀਦਾ, ਮੈਂ ਤਾਂ ਇਤਿਹਾਸ ਚੋਂ ਮਾੜਾ ਮਾੜਾ ਪੜਿਆ, ਗੱਲ ਮਿੱਥ ਦੀ ਨਹੀਂ, ਗੱਲ ਇਤਿਹਾਸ ਦੀ ਵੀ ਨਹੀਂ, ਮਿਥਿਹਾਸ ਦੀ ਵੀ ਨਹੀਂ, ਕੁਝ ਪ੍ਰਚਲਿਤ ਕਹਾਣੀਆਂ ਹੁੰਦੀਆਂ ਕਿ ਜਦੋਂ ਇਹ ਸਿੱਖਾਂ ਨੂੰ ਮੁਗਲਾਂ ਨੇ ਸੋਚਿਆ ਕਿ ਕੋਈ ਨਾ ਕੋਈ ਬਿਲਕੁਲ, ਜਗੀਰ ਰਾਜ ਦੇ ਦਈਏ, ਭਾਗ ਸੌਂਪਿਆ ਗਿਆ। ਕੋਈ ਏਰੀਆ ਦੇ ਦਈਏ, ਜੀ। ਇਹ ਉੱਥੋਂ ਇਕੱਠਾ ਕਰ ਲੈਣ ਬਜਾਨਾ ਹਾਂ। ਰੋਜ਼ ਦੀਆਂ ਜੰਗਾਂ ਤੋਂ ਬਚਿਆ ਜਾਵੇ। ਜੀ। ਤੇ ਉਦੋਂ ਸਰਦਾਰ ਇਕੱਠੇ ਹੋਏ, ਖਿੱਲਤ ਆਈ। ਖਿੱਲਤ ਕਹਿੰਦੇ ਸੀ। ਸ਼ਾਹੀ ਖਿੱਲਤ ਲਫ਼ਜ਼ ਵਰਤਿਆ ਗਿਆ ਇਤਿਹਾਸ 'ਚ ਕਿ ਸ਼ਾਹੀ ਖਿੱਲਤ ਸੀ। ਤੇ ਪੁੱਛਿਆ ਸਰਦਾਰਾਂ ਨੇ, ਕਿਉਂਕਿ ਉਸ ਵੇਲੇ ਸਰਦਾਰਾਂ ਦੇ ਜਿਹੜੇ ਡੇਰੇ ਸੀ ਉਹ ਤੇ ਬਾਹਰ ਜੰਗਲਾਂ ਦੇ ਵਿੱਚ ਇਦਾਂ ਮਤਲਬ ਜਿਹੜੇ ਵੱਖ-ਵੱਖ ਗਰੁੱਪਾਂ ਦੇ ਲੀਡਰ ਸਰਦਾਰ ਸੀ, ਜੀ। ਉਹ ਅੰਦਰ ਬੈਠੇ ਵਿਚਾਰਾਂ ਕਰਦੇ ਸੀ। ਪੜਾ ਜਿਹਨੂੰ ਕਹਿੰਦੇ, ਅਸੀਂ ਕਹਿੰਦੇ ਪੜਾ ਪਾਇਆ ਹੋਇਆ। ਪੜਾ ਦੇ ਵਿੱਚ ਜਦੋਂ ਆਈ ਤੇ ਉਹਨਾਂ ਨੇ ਕਿਹਾ ਜੀ ਇਹ ਕੀ ਹੈ? ਕਹਿੰਦੇ ਜੀ ਇਹ ਸ਼ਾਹੀ ਖਿੱਲਤ ਹੈ। ਸੁਨੇਹਾ ਹੈ। ਸੁਨੇਹਾ ਨਹੀਂ, ਬਕਾਇਦਾ ਉਹਦੇ 'ਚ ਇਹ ਸੀਗਾ ਕੁਛ, ਕਹਿੰਦੇ ਕਿ ਜਿਸ ਤਰ੍ਹਾਂ ਜੋ ਕਹਿ ਲਓ ਨਾ ਕਿ ਰਾਜ ਭਾਗ ਦਾ ਕਲਗੀ ਦਾ ਸਰੂਪ ਕੋਈ ਜਿਹੜਾ ਵੀ ਅਸੀਂ ਤੁਹਾਨੂੰ ਨਵਾਬੀ ਦੇ ਰਹੇ ਹਾਂ, ਨਵਾਬੀ ਦੇਣੀ ਹੈ, ਨਵਾਬੀ ਦੇ ਰਹੇ ਹੋ। ਕਹਿੰਦੇ ਅੱਛਾ ਸ਼ਾਹੀ ਨਵਾਬੀ ਆ। ਕਹਿੰਦਾ ਉੱਥੇ ਜੋੜੇ ਘਰ 'ਚ ਰੱਖ ਲਓ। ਵਾਹ ਵਾਹ, ਅੰਦਰ ਫੈਸਲਾ ਕਿਆ ਕਰਦਾਰ ਸੀ। ਅੰਦਰ ਫੈਸਲਾ ਨਾ ਹੋ ਸਕਿਆ ਕਿ ਇਸ ਨਵਾਬੀ ਨੂੰ ਕੌਣ ਕਬੂਲ ਕਰੇ। ਸਰਦਾਰ ਅੰਦਰ ਬੈਠੇ ਸੀ ਔਰ ਨਵਾਬੀ ਜੋੜੇ ਜਿਹੜੇ ਸਰਦਾਰ ਮੈਦਾਨੇ ਜੰਗ ਦੇ ਵਿੱਚ ਲੋਹਾ ਲੈਂਦੇ ਸੀ ਦੁਸ਼ਮਣਾਂ ਨਾਲ, ਸਰਦਾਰੀ ਤੇ ਉਹਨਾਂ ਦੇ ਕੋਲ ਸੀ, ਲੇਕਿਨ ਨਵਾਬੀ ਲੈਣ ਲਈ ਕੋਈ ਅੱਗੇ ਨਾ ਆਵੇ ਕਿਉਂਕਿ ਸਾਰੇ ਸੇਵਾਦਾਰ ਸੀ। ਵਾਹ। ਜਦੋਂ ਨਵਾਬ ਕਪੂਰ ਸਿੰਘ ਹੋਰਾਂ ਨੂੰ ਕਿਹਾ ਤੇ ਉਸ ਵੇਲੇ ਕਹਿੰਦੇ ਕਿ ਨਵਾਬ ਕਪੂਰ ਸਿੰਘ ਹੋਰੀ ਘੋੜੇ ਦੀ ਲਿੱਦ ਸਾਫ਼ ਕਰ ਰਹੇ ਸੀ। ਉਹ ਅਸਤਬਲ 'ਚ ਸੀ। ਉਹ ਕਹਿੰਦੇ ਜੀ ਹੱਕ ਤਾਂ ਉਸ ਬੰਦੇ ਦਾ ਬਣਦਾ ਹੈ, ਹਾਂ। ਉਹ ਉਹਨੂੰ ਦੇ ਦਿਓ ਜੀ। ਬਿਲਕੁਲ। ਤੇ ਕਪੂਰ ਸਿੰਘ ਨੇ ਨਵਾਬੀ ਠਕਰਾਤੀ। ਉਹਨਾਂ ਦੀ ਸ਼ਰਤ ਬੜੀ ਵੱਡੀ ਸੀ ਹਾਂ। ਕਿ ਚਲੋ ਤੁਸੀਂ ਕਹਿੰਦੇ ਹੋ ਤੇ ਠੀਕ ਸੱਤ ਵਚਨ ਹੈ, ਪਰ ਮੈਂ ਆਹ ਸੇਵਾ ਨਹੀਂ ਜੀ ਛੱਡਣੀ। ਵਾਹ। ਇਤਿਹਾਸ ਸਾਨੂੰ ਬਣਾਉਂਦਾ ਹੈ, ਇਤਿਹਾਸ ਸਾਨੂੰ ਖੜੇ ਕਰਦਾ ਹੈ, ਇਤਿਹਾਸ ਸਾਨੂੰ ਜੀਵਨ ਦਿੰਦਾ ਹੈ, ਇਹ ਸਾਨੂੰ ਰਾਹ ਦਿੰਦਾ ਹੈ। ਲੇਕਿਨ ਕੀ ਕਰੀਏ ਜੇ ਕੋਈ ਅੱਖਾਂ ਮੀਟ ਲੇ? ਕੀ ਕਰੀਏ ਜੇ ਕੋਈ ਵਰਕੇ ਹੀ ਨਾ ਫਰੋਲੇ? ਕੀ ਕਰੀਏ ਜੇ ਕੋਈ ਸ਼ਹਾਦਤਾਂ ਦਾ ਸਿਲਸਿਲਾ ਦੇਖਣਾ ਹੀ ਨਾ ਚਾਹਵੇ? ਅੱਜ ਜਦੋਂ ਅਸੀਂ ਬਾਰ-ਬਾਰ ਕਿਸਾਨੀ ਦੇ ਆਰਡੀਨੈਂਸ ਦੀ ਗੱਲ ਕੀਤੀ ਜੀ, ਉਸ ਵੇਲੇ ਹਰ ਪਾਰਟੀ ਨੇ ਕੱਢਿਆ ਕਿ 2017 'ਚ ਤੁਸੀਂ ਧੋਖਾ ਦਿੱਤਾ। ਜਦੋਂ ਥਰਮਲ ਪਲਾਂਟਾਂ ਦੀ ਬਿਜਲੀ ਦਾ ਨਿੱਜੀਕਰਨ ਦਾ ਮੁੱਦਾ ਆਇਆ ਜੀ, ਉਦੋਂ ਇਹ ਨੁਕਤੇ ਉਠਾਏ ਗਏ ਜੀ ਕਿ ਆਹ ਫੈਸਲਾ ਅਸੀਂ ਨਹੀਂ ਕੀਤਾ, ਇਹ ਤੇ ਤੁਸੀਂ ਕਰ ਗਏ ਸੀ। ਦੂਸਰੇ ਨੇ ਕਿਹਾ ਨਹੀਂ, ਤੁਸੀਂ ਇਹ ਤੋਂ ਪਹਿਲਾਂ ਕਰ ਗਏ ਸੀ। ਜੀ। ਮਤਲਬ ਕਿ ਹਰ ਜ਼ਿੰਮੇਵਾਰੀ ਇੱਕ ਦੂਸਰੇ ਦੇ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਸਵਾਲ ਰੰਧਾਵਾ ਜੀ ਇਹ ਆ ਕਿ ਹੁਣ ਜਦੋਂ ਇੱਕ ਸਰਬ ਪਾਰਟੀ ਮੀਟਿੰਗ ਤੁਸੀਂ ਕਰ ਚੁੱਕੇ ਹੋ, ਤੁਸੀਂ ਲੋਕਾਂ ਦੇ ਸਾਹਮਣੇ, ਸੰਸਾਰ ਦੇ ਲੋਕਾਂ ਦੇ ਸਾਹਮਣੇ ਇਕਜੁੱਟ ਬੈਠੇ ਤੇ ਹੋ ਇੱਕ ਮੰਚ ਤੇ, ਔਰ ਤੁਸੀਂ ਆਖਰਕਾਰ ਬੈਠੇ ਕਿਸ ਨੁਕਤੇ ਸੀ ਕਿ ਅਸੀਂ ਪੰਜਾਬ ਨੂੰ
ਪੰਜਾਬ ਦੇ ਹਿੱਤਾਂ ਲਈ ਲੜਾਂਗੇ, ਕਿਸਾਨੀ ਦੇ ਹਿੱਤਾਂ ਲਈ ਲੜਾਂਗੇ, ਔਰ ਬਾਹਰ ਆ ਕੇ ਤੁਸੀਂ ਆਪਣੀ ਲੜਾਈ ਸ਼ੁਰੂ ਕਰ ਦਿੱਤੀ ਹੈ। ਕੱਲ ਨੂੰ ਜਦੋਂ ਫੇਰ ਕਿਤੇ ਵਕਤ ਬਣੇਗਾ ਕੋਈ, ਫਿਰ ਕੌਣ ਕਿਹਨੂੰ ਮਿਹਣਾ ਦੇਗਾ ਕਿ ਕੌਣ ਭੱਜ ਗਿਆ ਤੇ ਕੌਣ ਰਹਿ ਗਿਆ। ਤੁਸੀਂ ਬਹੁਤ ਪਿਆਰੀ ਗੱਲ ਕੀਤੀ ਆ ਦੋਸਤੋ। ਇੱਕ ਅਹਿਮ ਸਵਾਲ ਹੈ ਕਿ ਜਦੋਂ ਅਸੀਂ ਕਿਸੇ ਖਿੱਤੇ, ਕਿਸੇ ਵਰਗ ਵਿਸ਼ੇਸ਼ ਲਈ, ਕਿਸੇ ਨਵੀਂ ਤਰ੍ਹਾਂ ਦੇ ਅੰਦੋਲਨ ਲਈ ਇਕੱਠੇ ਹੁੰਦੇ ਆ, ਸਵਾਲ ਤੇ ਵੱਡਾ ਉਠਾਇਆ ਜਾਂਦਾ ਹੈ ਜਦੋਂ ਕਿਸੇ ਨੂੰ ਆਵਾਜ਼ ਮਾਰੀ ਜਾਂਦੀ, ਹਾਕ ਮਾਰੀ ਜਾਂਦੀ ਆ, ਔਰ ਜੇ ਨਿੱਜ ਨਾ ਹੋਵੇ, ਜੇ ਮੈਨੂੰ ਲੋੜ ਆ ਤੇ ਮੈਂ ਤੁਹਾਨੂੰ ਆਵਾਜ਼ ਮਾਰਾਂ, ਸਰਦਾਰ ਸਾਹਿਬ ਮੈਨੂੰ ਮਾਰਨ, ਗੱਲ ਵੱਖਰੀ ਹੈ। ਲੇਕਿਨ ਜਦੋਂ ਇੱਕ ਖਿੱਤੇ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਸਿਰਫ ਪਾਰਟੀ ਮੀਟਿੰਗ ਹੁੰਦੀ ਆ ਤੇ ਮੀਟਿੰਗ ਸੱਦਣ ਵਾਲੇ ਦਾ ਏਜੰਡਾ ਪੁੱਛ ਲਿਆ ਜਾਣਾ ਚਾਹੀਦਾ। ਬਿਲਕੁਲ ਸਵਾਲ ਤੇ ਇਹੀ ਹੈ। ਅਗਲੇ ਨੂੰ ਕਿਹਾ ਜਾਵੇ ਕਿ ਤੂੰ ਭਾਈ ਲਿਆ ਏਜੰਡਾ ਦੱਸ ਕਿਉਂ ਸੱਦਿਆ। ਪਹਿਲੀ ਗੱਲ ਤੇ ਜਦੋਂ ਸਰਬ ਪਾਰਟੀ ਮੀਟਿੰਗ ਵਰਗੇ ਕਨਸੈਪਟ ਬੁਲਾਏ ਜਾਂਦੇ ਆ ਤੇ ਉਦੋਂ ਪਹਿਲਾਂ ਹੀ ਏਜੰਡਾ ਭੇਜਿਆ ਜਾਂਦਾ ਤਾਂ ਕਿ ਹਰ ਕੋਈ ਤਿਆਰੀ ਕਰਕੇ ਆਵੇ। ਸੋ ਸਵਾਲ ਇਹ ਆ ਕਿ ਜੇਕਰ ਮਸਲਾ ਕਿਸਾਨੀ ਨਾਲ ਸੰਬੰਧਿਤ ਸੀ, ਪੰਜਾਬ ਦੇ ਹਿੱਤਾਂ ਨਾਲ ਸੰਬੰਧਿਤ ਸੀ, ਦੂਜੀ ਬਹਿਸ ਦੀ ਲੋੜ ਹੀ ਨਹੀਂ ਸੀ, ਉੱਥੇ ਜਾ ਕੇ ਤੁਸੀਂ ਵਿਊ ਪੁਆਇੰਟ ਰੱਖ ਸਕਦੇ ਸੀ। ਜਦੋਂ ਆਪਣੇ ਲੋਕਾਂ ਲਈ ਕਿਸੇ ਕੋਲ ਜਾਣਾ ਹੋਵੇ ਤੇ ਉੱਥੇ ਤਾਂ ਮੈਨੂੰ ਲੱਗਦਾ ਕਿ ਇੱਕ ਸਹਿਮਤੀ ਬਣਦੀ ਸੀ, ਭਾਵੇਂ ਉਹ ਕੋਈ ਵੀ ਧਿਰ ਹੁੰਦੀ। ਇੱਕ ਗੱਲ ਬਣਦੀ ਸੀ ਕਿ ਪੰਜਾਬ ਦੇ ਹਿੱਤਾਂ ਲਈ ਕਿਸੇ ਕੋਲ ਵੀ ਜਾਣਾ, ਅਸੀਂ ਜਾਣ ਨੂੰ ਤਿਆਰ ਹਾਂ। ਆਖਰ ਕਿੰਨੇ ਕੁ ਲੋਕ ਸੀ? ਪਹਿਲੀ ਗੱਲ ਤੇ ਇੱਕ ਥੋੜਾ ਜਿਹਾ ਰੰਧਾਵਾ ਜੀ ਹੋਰ ਸਾਫ਼ ਕਰ ਲਈਏ। ਅਸੀਂ ਸਿੱਖ ਇਤਿਹਾਸ ਦੀਆਂ 12 ਮਿਸਲਾਂ ਦੀ ਗੱਲ ਕਰਦੇ ਹਾਂ। 12 ਮਿਸਲਾਂ ਖਿੰਡੀਆਂ ਪੁੰਡੀਆਂ ਹੁੰਦੀਆਂ ਸੀ। ਕੋਈ ਮਿਸਲ ਕਿਤੇ ਆ ਮੁਹਿੰਮ ਤੇ, ਕੋਈ ਕਿਤੇ ਆ, ਕੋਈ ਕਿਤੇ ਆ। ਜਦੋਂ ਕਿਤੇ ਉਹ ਇਕੱਠੇ ਹੁੰਦੇ ਸੀ, ਸਾਲ 2 ਸਾਲ ਬਾਅਦ ਇਕੱਠੇ ਹੁੰਦੇ ਸੀ ਸਰਬੱਤ ਖਾਲਸਾ ਦੇ ਰੂਪ 'ਚ, ਅਕਾਲ ਤਖਤ ਤੇ ਜਾਂ ਕਿਤੇ ਹੋਰ। ਅੱਜ ਤੁਹਾਡੇ ਸਾਰਾ ਕੁਝ ਸੰਸਾਰ ਛੋਟਾ ਜਿਹਾ, ਤੁਸੀਂ ਜ਼ੂਮ ਐਪ ਤੇ, ਫੇਸਬੁੱਕ ਤੇ, ਸੋਸ਼ਲ ਮੀਡੀਆ ਤੇ ਸਭ ਇਕੱਠੇ ਹੀ ਹੋ, ਹਰ ਵਕਤ ਇੱਕ ਦੂਜੇ ਨਾਲ ਜੁੜੇ ਹੋਏ। ਉਹਦੇ ਬਾਵਜੂਦ ਵੀ ਤੁਸੀਂ ਗਿਣਤੀ ਦੇ 10 ਜਾਂ 12 ਬੰਦੇ ਅੰਦਰ ਬੈਠੇ ਹੋ ਜੀ। ਤੁਹਾਡੇ ਉੱਤੇ ਕੋਈ ਦਬਾਅ ਨਹੀਂ ਹੈ, ਤੁਹਾਡੇ ਉੱਤੇ ਕੋਈ ਦਬਾਅ ਨਹੀਂ ਹੈ ਜੀ। ਬਾਹਰ ਜਿਹੜੇ ਲੋਕ ਬੈਠੇ ਨੇ, ਕਿਸਾਨ ਬੈਠੇ ਨੇ, ਵਪਾਰੀ ਬੈਠੇ ਨੇ, ਉਹ ਸਾਰੇ ਇਹ ਨੀਝ ਲਾ ਕੇ ਬੈਠੇ ਨੇ ਕਿ ਅੱਜ ਜੇ ਇਹ ਇੱਕ ਮੁੱਦੇ ਦੇ ਉੱਤੇ ਇਹਨਾਂ ਦੀ ਰਾਏ ਬਣ ਗਈ ਤੇ ਕੱਲ ਨੂੰ ਸਾਡਾ ਮੁੱਦਾ, ਅਸੀਂ ਵੀ ਇਹਨਾਂ ਦੇ ਕੋਲ ਦੁੱਖ ਰਵਾਂਗੇ ਤੇ ਇਹ ਸਾਡੀ ਵੀ ਗੱਲ ਕਰਨਗੇ। ਬਿਲਕੁਲ ਠੀਕ ਹੈ। ਹੁਣ ਮੈਂ ਪਹਿਲਾ ਸ਼ਿਕਵਾ ਕੈਪਟਨ ਅਮਰਿੰਦਰ ਸਿੰਘ ਨਾਲ ਹੈ ਜੀ। ਫਸਟ ਆਫ ਆਲ ਜਦੋਂ ਇਹ ਮੀਟਿੰਗ ਕਾਲ ਕੀਤੀ ਗਈ ਉਸ ਦੌਰਾਨ ਇੱਕ ਚੀਜ਼ ਬਹੁਤ ਅਹਿਮ ਛੱਡ ਗਏ ਕਿ ਜਿਹੜਾ 31,000 ਕਰੋੜ ਰੁਪਏ ਦਾ ਮਸਲਾ ਸੀ ਜੀ, ਉਹ ਵੀ ਤਾਂ ਜਿਹੜੇ ਆਰਡੀਨੈਂਸ ਹੋਏ ਆ, ਜਿਹੜੇ ਮੰਡੀਕਰਨ ਦੀ ਗੱਲ ਆ, ਉਹਦੇ ਵਾਧੇ ਘਾਟੇ ਸੀ। ਮਤਲਬ ਅੰਦਰ ਜਾਣ ਤੋਂ ਪਹਿਲਾਂ ਹੀ ਲੜ ਪੈਂਦੇ। ਨਹੀਂ, ਮੈਂ ਸਰਦਾਰ ਸਾਹਿਬ ਮੈਂ ਇਹ ਕਹਿਣਾ ਕਿ ਤੁਸੀਂ ਪੰਜਾਬ ਦੇ ਮਸਲੇ ਲੈ ਕੇ ਚੱਲੇ ਹੋ ਜੀ। ਜੁਮਾ ਇਹ ਗੱਲ ਕਦੋਂ ਦੀ ਆ? 17 ਦੀ। ਅੱਜ ਜੇ ਕਿਤੇ ਸਹਿਮਤੀ ਬਣ ਗਈ ਹੈ ਸਾਰੇ ਜਾਣ ਦੀ। ਇਹ ਇਲਜ਼ਾਮ ਲੱਗਦਾ ਰਿਹਾ ਕਿ ਅਕਾਲੀ ਦਲ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਚੋਣਾਂ 'ਚ ਜਾਣ ਦੌਰਾਨ 31,000 ਕਰੋੜ ਦੇ ਕਰਜ਼ੇ, 31,000 ਕਰੋੜ ਦੀ ਰਕਮ ਨੂੰ ਨੈਗੋਸੀਏਸ਼ਨ ਕਰਨ ਦੀ ਬਜਾਏ, ਇਹ ਮਨਪ੍ਰੀਤ ਬਾਦਲ ਨੇ ਕਿਹਾ ਸੀ ਨਾ ਕਿ ਉਹ ਜਾਂਦਾ ਹੋਇਆ ਕਰਜ਼ੇ 'ਚ ਤਬਦੀਲ ਕਰਨ ਦੀ ਸਹਿਮਤੀ ਦੇ ਕੇ ਗਿਆ ਕੇਂਦਰ ਨੂੰ। ਹੁਣ ਉਹ ਤਾਂ ਕਹਿੰਦਾ ਮਨਪ੍ਰੀਤ ਸਿੰਘ ਬਾਦਲ ਕਿ ਉਹ ਕਹਿੰਦਾ ਮੈਨੂੰ ਤਾਂ ਇਹ ਸਮਝ ਆਉਂਦੀ ਆ ਕਿ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਸੱਤਾ 'ਚ ਨਹੀਂ ਆਉਣਾ ਤੇ ਜਿਹੜਾ ਆਊਗਾ ਰਾਜ ਕਿਵੇਂ ਕਰ ਲੂ। 31,000 ਦਾ ਕਰਜ਼ਾ, 31,000 ਕਰੋੜ ਦਾ ਕਰਜ਼ਾ ਹੋਰ ਚੜ੍ਹ ਦਿਓ। ਹੁਣ ਉਹ ਵੀ ਤਾਂ ਇਸ ਮੰਡੀਕਰਨ ਦੇ ਜਮਾ ਘਟਾਓ 'ਚੋਂ ਆਉਂਦਾ ਹੈ। ਖਰੀਦ, ਪ੍ਰੋਕਿਉਰਮੈਂਟ ਤੇ ਬਾਕੀ ਏਜੰਸੀਆਂ ਦੇ ਲੈਣ ਦੇਣ 'ਚ ਆਉਂਦਾ ਹੈ, ਵਾਧੇ ਘਾਟਿਆਂ 'ਚ ਆਉਂਦਾ। ਬਿਲਕੁਲ ਸਹੀ ਗੱਲ। ਸਵਾਲ ਤੇ ਇਹ ਹੈ ਕਿ ਪੰਜਾਬ ਜਦੋਂ ਲੀਰੋ ਲੀਰ ਹੋਇਆ ਪਿਆ, ਆਰਥਿਕ ਤੌਰ ਤੇ ਝੰਬਿਆ ਗਿਆ, ਖਲੋਣ ਜੋਗੀ ਜਗ੍ਹਾ ਨਹੀਂ, ਤਨਖਾਹਾਂ ਮਾਸਾਂ ਦਿੱਤੀਆਂ ਜਾ ਰਹੀਆਂ, ਵਿਕਾਸ ਨਾਂ ਦੀ ਚੀਜ਼ ਸੋਚੀ ਨਹੀਂ ਜਾ ਸਕਦੀ, ਉਦੋਂ ਤੁਸੀਂ ਇਸ ਮੱਦ ਨੂੰ ਵੀ ਵਿੱਚ ਰੱਖਦੇ, ਤੁਸੀਂ ਪਾਣੀਆਂ ਦੀ ਮੱਦ ਨੂੰ ਵੀ ਰੱਖਦੇ, ਤੁਸੀਂ 5-7 ਮੇਨ ਮਸਲੇ ਲੈ ਕੇ ਪ੍ਰਧਾਨ ਮੰਤਰੀ ਕੋਲ ਸਾਰੀ ਪੰਜਾਬ ਦੀ ਲੀਡਰਸ਼ਿਪ ਬਹਿੰਦੀ। ਸਵਾਲ ਸੀ ਜੇਕਰ ਸਿਰਫ ਤੇ ਸਿਰਫ ਸਿਆਸਤ ਕਰਨੀ ਆ ਤੇ ਫਿਰ ਇਹਨਾਂ ਨੂੰ ਸਾਰੀਆਂ ਧਿਰਾਂ ਨੂੰ ਹੁੰਜ ਕੇ ਬਾਹਰ ਸੁੱਟਣਾ ਚਾਹੀਦਾ ਜੀ। ਸਵਾਲ ਇਹ ਹੈ, ਸਵਾਲ ਤੇ ਫਿਰ ਉੱਥੇ ਆ ਗਿਆ ਕਿ ਜਦੋਂ ਅਸੀਂ ਪਹਿਲਾਂ ਹੀ, ਤੁਸੀਂ ਜਦੋਂ ਸ਼ੁਰੂਆਤ ਕੀਤੀ ਸੀ ਤੁਸੀਂ ਦੱਸਿਆ ਸੀ ਕਿ ਹਰ ਧਿਰ ਨੇ ਬਾਹਰ ਆ ਕੇ ਆਪਣਾ ਪੱਖ ਮੀਡੀਆ ਦੇ ਸਾਹਮਣੇ ਦੁਬਾਰਾ ਰੱਖਿਆ। ਮੇਰਾ ਸਵਾਲ ਸਿਰਫ ਇੰਨਾ ਕਿ ਆਖਰ ਨੌਬਤ ਕਿਉਂ ਆਈ? ਕਿਉਂਕਿ ਦਿਖਾਉਣਾ ਸੀ। ਜਦੋਂ ਤੁਸੀਂ ਅੰਦਰ ਬੈਠ ਗਏ ਸੀ ਸਿਰ ਜੋੜ ਕੇ, ਲੋਕਾਂ ਦਾ ਤੁਹਾਡੇ ਤੇ ਵਿਸ਼ਵਾਸ ਵੱਜ ਗਿਆ ਸੀ ਜੀ, ਤੁਸੀਂ ਉਸ ਵਿਸ਼ਵਾਸ ਨੂੰ ਬਾਰ-ਬਾਰ ਕਿਉਂ ਤੋੜਿਆ? ਕੀ ਤੁਹਾਨੂੰ ਵਿਸ਼ਵਾਸ ਨਹੀਂ ਸੀ ਕਿ ਜੋ ਅੰਦਰ ਕਹਿਆ ਉਹ ਲੋਕਾਂ ਨੇ ਉਹੀ ਸੁਣਿਆ ਜੀ? ਕੀ ਕੈਪਟਨ ਸਾਹਿਬ ਨੂੰ ਯਕੀਨ ਨਹੀਂ ਸੀ ਕਿ ਅਸੀਂ ਜੋ ਕਰ ਲਿਆ ਇੱਕ ਵਾਰੀ ਬੈਠ ਕੇ ਕਰ ਲਿਆ? ਕੀ ਭਗਵੰਤ ਮਾਨ ਨੂੰ ਨਹੀਂ ਸੀ?
ਹਰ ਬੰਦੇ ਨੇ ਆਪਣੀ ਹਉਮੈ ਨੂੰ ਪੱਠੇ ਪਾਉਣ ਦੀ ਲਈ ਆਪਣਾ ਸਾਰਾ ਜਿਹੜਾ ਰਿਕਾਰਡ ਸੀ ਉਹਨੂੰ ਦੁਬਾਰਾ ਚਲਾਤਾ ਦੁਬਾਰਾ ਵੀ ਅਸੀਂ ਆਹ ਕਿਹਾ ਜੀ। ਇਹਦਾ ਮਤਲਬ ਕਿ ਤੁਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਤੇ ਸੱਚੇ ਹੋਣ ਨੂੰ ਫਿਰਦੇ ਹੋ, ਲੇਕਿਨ ਲੋਕ ਸਵਾਲ ਕਰਦੇ ਆ ਕਿ ਤੁਸੀਂ ਬਾਹਰ ਤੇ ਸਾਰਾ ਕੁਝ ਰੱਖੀ ਜਾਂਦੇ ਹੋ, ਜੋ ਕੁਝ ਪ੍ਰਧਾਨ ਮੰਤਰੀ ਕੋ ਲੈ ਕੇ ਜਾਣਾ ਸੀ ਉਹਦਾ ਕੋਈ ਸਾਂਝਾ ਦਸਤਾਵੇਜ਼ ਵੀ ਦਿਖਾ ਦਿਓ। ਸਰਦਾਰ ਜੀ, ਮੈਂ ਥੋੜਾ ਜਿਹਾ ਇਸ ਤੋਂ ਪਿਛਾਂ ਜਾਣਾ ਚਾਹੂੰਗਾ। ਸੁਖਬੀਰ ਸਿੰਘ ਬਾਦਲ ਗੁੱਸਾ ਕਰ ਜਾਂਦੇ ਆ, ਲੇਕਿਨ ਸਵਾਲ ਬਹੁਤ ਅਹਿਮ ਆ ਤੇ ਉਹਨਾਂ ਨੂੰ ਹੀ ਕਰਨਾ ਬਣਦਾ ਹੈ। ਨਰਿੰਦਰ ਮੋਦੀ ਬਿਹਾਰ ਇਲੈਕਸ਼ਨ ਤੋਂ ਪਹਿਲਾਂ ਆਪਣੇ ਸਾਥੀ ਨੂੰ, ਆਪਣੇ ਲੋਕਾਂ ਨੂੰ ਜਿਤਾਉਣ ਲਈ, ਆਪਣੇ ਜਿਹੜੇ ਉਹਦੇ ਕੈਂਡੀਡੇਟ ਸੀ ਜਿਤਾਉਣ ਲਈ ਐਲਾਨ ਕਰਦੇ ਆ ਜੀ ਵੀ ਦੱਸੋ ਕਿੰਨੇ ਪੈਸੇ ਦਿਆਂ। ਬਿਲਕੁਲ ਸਹੀ ਗੱਲ, ਕੀ ਦਿਆਂ ਤੁਹਾਨੂੰ ਜੀ ਜੀ ਠੀਕ ਹੈ ਜੀ। ਔਰ 10,000 ਕਰੋੜ ਤੋਂ ਲੈ ਕੇ ਲੱਖ 1.5 ਲੱਖ ਕਰੋੜ ਤੱਕ ਦੀ ਅਨਾਉਂਸਮੈਂਟ ਤੱਕ ਜਾਂਦੇ, ਲੋਕਾਂ ਨੂੰ ਪੁੱਛਦੇ ਦੱਸੋ ਉਹ ਯਾਰ ਉਹ ਅਸੀਂ ਵੀ ਦੇਸ਼ ਦਾ ਹਿੱਸਾ ਹੈ ਜੀ, ਉਹ ਅਸੀਂ ਵੀ ਝੰਬੇ ਪਏ ਆ, ਅਸੀਂ ਵੀ ਮਰੇ ਪਏ ਆ, ਅਸੀਂ ਕਿਹੜੀ ਮੁਸ਼ਕਲ ਨਹੀਂ ਹੰਡਾਈ ਜੀ। ਉਹ ਸਾਡਾ ਪ੍ਰਧਾਨ ਮੰਤਰੀ ਆ, ਦੇਸ਼ ਸਾਡਾ ਹੈ। ਬਿਲਕੁਲ ਠੀਕ ਹੈ। ਇਹ ਆਖਰ ਸੁਖਬੀਰ ਸਿੰਘ ਬਾਦਲ ਨਹੀਂ ਰਲ ਕੇ ਚੱਲਣਾ ਨਾ ਚੱਲਣ ਜਾਣ ਹਾਂ ਉਹਦੇ ਕੋਲ। ਜਿੱਦਣ ਤੁਹਾਡਾ ਰਾਜ ਆਇਆ ਮੈਂ ਸਪੋਜ਼ ਕਹਿਣਾ ਮੰਨ ਲਓ ਜੀ, ਉਦਣ ਤਾਂ ਜਾ ਕੇ ਕਹੋਗੇ ਵੀ ਸਾਡਾ ਰੂਟੀਨ ਦੇ ਖਰਚੇ ਚਲਾਉਣ ਲਈ ਪੈਸੇ ਦਿਓ। ਇਹ ਸਟੇਟ ਤਾਂ ਤੁਹਾਡੀ ਜਦੋਂ ਮਰ ਗਈ ਮੂੰਹ 'ਚ ਪਾਣੀ ਕੌਣ ਪਾਊ? ਤੁਸੀਂ ਇਸ ਰਾਜ ਲਈ, ਇਹਨੂੰ ਕੱਢਣ ਲਈ ਪੈਕੇਜ ਤੇ ਮੰਗ ਸਕਦੇ ਹੋ। ਜੇ ਤੁਹਾਡੇ ਕਹਿਣ ਤੇ ਅਗਲੇ ਪੈਸੇ ਦੇ ਦੇਣਗੇ, ਖਾਤੇ ਤੇ ਤੁਹਾਡੇ 'ਚ ਜਾਣੇ ਆ, ਵੋਟ ਤਾਂ ਤੁਹਾਨੂੰ ਮਿਲਣੀ ਆ। ਕੱਲ ਨੂੰ ਤੁਸੀਂ ਲੋਕਾਂ ਨੇ ਰਾਜ ਕਾਤੇ ਕਰਨਾ ਜੇ ਕੁਝ ਰਿਹਾ ਹੀ ਨਾ, ਜੇਕਰ ਤੁਸੀਂ ਹਰ ਮਹੀਨੇ ਦੀਆਂ ਤਨਖਾਹਾਂ ਹੀ ਨਹੀਂ ਚਲਾ ਸਕੋਗੇ ਤੇ ਤੁਸੀਂ ਕਿਸ ਤਰੀਕੇ ਨਾਲ ਆਪਣੀਆਂ ਲਗਜ਼ਰੀ ਗੱਡੀਆਂ ਚਲਾਓਗੇ, ਕਿਸ ਤਰੀਕੇ ਨਾਲ ਲਾਮ ਲਸ਼ਕਰ ਲੈ ਕੇ ਜਾਓਗੇ, ਕਿੱਦਾਂ ਤੁਸੀਂ 5 ਸਟਾਰ ਤੇ ਵਿਦੇਸ਼ ਦੀਆਂ ਸੈਰਾਂ ਕਰੋਗੇ? ਸਰਦਾਰੋ ਕੁਝ ਸੋਚੋ। ਇਹ ਪੰਜਾਬ ਨੂੰ ਡੁੱਬਦੇ ਨੂੰ ਬਹੁਤੀ ਦੇਰ ਨਹੀਂ ਹੁਣ ਲੱਗਣੀ। ਅੱਜ ਜੋ ਹਾਲਾਤ ਆ, ਅਜੇ ਮਾੜਾ ਮੋਟਾ ਚਰੂੰਡ ਲੈਨੇ ਹੋ ਤੁਸੀਂ ਸਿਆਸਤਦਾਨੋ, ਕਿੰਨੀ ਦੇਰ ਚਰੂੰਡੋਗੇ? ਆਖਰ ਨੂੰ ਹੱਥ ਖੜੇ ਹੋਣਗੇ। ਅਸੀਂ ਮਨਪ੍ਰੀਤ ਬਾਦਲ ਨੂੰ ਪਾਣੀ ਪੀ ਕੋਸਦੇ ਰਹਿੰਦੇ ਆ। ਜਿਸ ਬੰਦੇ ਕੋਲ ਜੇਬ ਪਈ ਆ, ਜਿਸ ਬੰਦੇ ਕੋਲ ਘਰ ਦਾ ਖਰਚਾ ਚਲਾਉਣ ਲਈ ਜ਼ਿੰਮੇਵਾਰੀ ਹੁੰਦੀ ਆ, ਸਭ ਤੋਂ ਵੱਡਾ ਬੋਝ ਉਹਦੇ ਤੇ ਹੁੰਦਾ। ਸਹੀ ਗੱਲ। ਇਸ ਵੇਲੇ ਕੋਈ ਇਹ ਗੱਲ ਕਹਿਣ ਨੂੰ ਦੱਸਣ ਨੂੰ ਤਿਆਰ ਨਹੀਂ ਕਿ ਪੰਜਾਬ ਦੇ ਵਿੱਚ ਕਿਹਦੀ ਕੀ ਭੂਮਿਕਾ ਹੈ। ਕੋਈ ਇਹ ਗੱਲ ਦੱਸਣ ਨੂੰ ਤਿਆਰ ਨਹੀਂ ਕਿ ਅਫਸਰਸ਼ਾਹੀ ਵੀ ਕੁਝ ਰੋਲ ਪਲੇ ਕਰਦੀ ਹੈ ਕਿ ਨਹੀਂ, ਕਿਸੇ ਮਿਨਿਸਟਰ ਦੀ ਕੀ ਹੈਸੀਅਤ ਆ, ਕਿੱਥੇ ਫੈਸਲੇ ਲਏ ਜਾ ਰਹੇ ਆ, ਕਿਸ ਤਰ੍ਹਾਂ ਦੀ ਨੀਤੀ ਬਣਦੀ ਆ, ਕਿਸੇ ਨੂੰ ਕੁਝ ਨਹੀਂ ਪਤਾ। ਔਰ ਸੁਖਬੀਰ ਸਿੰਘ ਬਾਦਲ ਦੇ ਹੁੰਦਿਆਂ ਇਹ ਤੋਂ ਵੀ ਬਦਤਰ ਹਾਲਾਤ ਸੀਗੇ। ਜਿੰਨੀਆਂ ਸਕੀਮ ਚੱਲਦੀਆਂ ਸੀ ਸੈਂਟਰ ਵੱਲੋਂ ਚੱਲਦੀਆਂ ਸੀ, ਕੁਝ ਜਿਹੜਾ ਇਹਨਾਂ ਦਾ ਸੜਕਾਂ ਬਣਦੀਆਂ ਸੀ ਉਹ NH ਵੱਲੋਂ ਬਣਦੀਆਂ ਸੀ, ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਣਦੀਆਂ ਸੀ, ਵਰਲਡ ਬੈਂਕ ਦਾ, ਵਰਲਡ ਟੂਰਿਜ਼ਮ ਦਾ ਸਾਰਾ ਕੁਝ ਬਣਿਆ। ਸੋ ਸਰਦਾਰ ਸਾਹਿਬ ਵੱਡਾ ਸਵਾਲ ਆ ਕਿ ਜੇ ਤੁਸੀਂ ਦਿਖਾਵਾ ਕਰਨਾ, ਡਰਾਮਾ ਕਰਨਾ, ਨਾਟਕ ਕਰਨਾ ਲੱਖ ਵਾਰੀ ਕਰੋ, ਲੇਕਿਨ ਡਰਾਮੇ ਉੱਥੇ ਹੁੰਦੇ ਆ ਜਿੱਥੇ ਅਗਲੇ ਬੰਨੇ ਵੇਖਣ ਵਾਲੇ ਸਵਾਦ ਲੈ ਰਹੇ ਹੋਣ। ਹੁਣ ਸਵਾਦ ਲੈਣ ਵਾਲੇ ਤੇ ਬਚੇ ਨਹੀਂ, ਸਵਾਦ ਲੈਣ ਵਾਲੇ ਤੇ ਕਰਾ ਰਹੇ ਆ। ਕਿਹੜੀ ਧਿਰਾ ਜਿਹਨੂੰ ਰਾਹਤ ਮਿਲ ਰਹੀ ਆ, ਕਿਹੜੀ ਧਿਰਾ ਜਿਹਦਾ ਬਿਜ਼ਨਸ ਚੱਲ ਰਿਹਾ। ਇਹ ਜਿਹੜੀ ਬਿਮਾਰੀ ਆਈ ਆ, ਇਸ ਤੋਂ ਬਾਅਦ ਬਾਜ਼ਾਰ ਜਾ ਕੇ ਦੇਖ ਲਓ, ਜੇ ਖੁੱਲਦੇ ਆ ਤੇ ਸੁਣਨੇ ਪਏ ਆ। ਸਹੀ ਗੱਲ। ਕਿੱਦਾਂ ਚੱਲੂਗਾ? ਤੁਹਾਡੀ ਐਜੂਕੇਸ਼ਨ ਪੂਰੀ ਤਰ੍ਹਾਂ ਚਰਮਰਾ ਗਈ। ਤੁਹਾਡਾ ਵੀ ਦੇਖੋ ਆ ਜਿਹੜਾ ਰਾਜ ਆ, ਇਹਦੇ 'ਚ ਕਿਹਨਾਂ ਲੋਕਾਂ ਨੇ ਰਾਜ ਕੀਤਾ ਜੀ? ਜਾਂ ਪੰਜਾਬ ਦੇ ਵਿੱਚ ਕਾਂਗਰਸ ਹੈ ਜਾਂ ਅਕਾਲੀ ਹੈ, ਕੋਈ ਤੀਜੀ ਧਿਰ ਤੇ ਆਈ ਨਹੀਂ। ਬਿਲਕੁਲ। ਤੇ ਆਖਰਕਾਰ ਜੇ ਪੰਜਾਬ ਦੀ ਸਿਹਤ ਤੁਹਾਡੇ ਸਾਹਮਣੇ ਆ, ਸਿੱਖਿਆ ਤੁਹਾਡੇ ਸਾਹਮਣੇ ਆ, ਤੇ ਫਿਰ ਕਿਰਪਾ ਕਰਕੇ ਪੰਜਾਬ ਨੂੰ ਇਹੋ ਹੀ ਦੱਸ ਦਿਓ ਕਿ ਤੁਸੀਂ ਜਿਹੜੇ ਫੰਡ ਰੱਖੇ ਸੀ ਉਹ ਫੰਡ ਗਏ ਕਿੱਥੇ ਨੇ? ਨਹੀਂ, ਫੰਡ ਹੈ ਕਿੱਥੇ? ਮੈਂ ਇਹੀ ਪੁੱਛਦਾ ਕਿ ਜਿਹੜੇ ਵੀ ਕਿਸੇ ਪਾਸਿਓਂ ਪੈਸੇ ਆਉਂਦੇ ਆ, ਉਹਨੂੰ ਡਾਈਵਰਟ ਕਰਕੇ, ਉਹਨੂੰ ਇਧਰੋਂ ਉਧਰੋਂ ਇੱਕ ਤੋਂ ਦੂਜੇ ਹੈੱਡ 'ਚ ਤਬਦੀਲ ਕਰਕੇ ਮਸਾ ਖਰਚਾ ਚਲਾਇਆ ਜਾ ਰਿਹਾ। ਬਿਲਕੁਲ। ਬਹੁਤ ਸਾਰੇ ਖਰਚੇ ਜਿਹੜੇ ਆ ਉਹ ਰੂਟੀਨ ਦੇ ਖਰਚੇ ਆ, ਜਿਹੜੇ ਤੁਹਾਨੂੰ ਖਜ਼ਾਨੇ ਦੇ ਵਿੱਚ ਸਿਰਫ ਤੇ ਸਿਰਫ ਤਨਖਾਹਾਂ ਤੱਕ ਸੀਮਤ ਹੋਣਾ ਪੈਂਦਾ, ਛੋਟੀਆਂ-ਮੋਟੀਆਂ ਅਦਾਇਗੀਆਂ ਤੱਕ ਸੀਮਤ ਹੋਣਾ ਪੈਂਦਾ। ਲੇਕਿਨ ਇੱਥੇ ਰੁਜ਼ਗਾਰ ਦੇ ਵਸੀਲੇ ਤੋਂ ਲੈ ਕੇ ਇੱਥੇ ਇਨਫਰਾਸਟ੍ਰਕਚਰ ਤੱਕ ਤਾਂ ਹੀ ਸੰਭਵ ਆ ਜੇਕਰ ਤੁਹਾਡੇ ਕੋਲ ਕੋਈ ਸਰਪਲਸ ਮਨੀ ਆ। ਤੁਹਾਨੂੰ ਰੂਟੀਨ ਦੇ ਖਰਚਿਆਂ ਤੋਂ ਇਲਾਵਾ ਕੁਝ ਰਾਖਵੇਂ ਫੰਡ ਹੋਣਗੇ, ਹੈ ਹੀ ਕੁਝ ਨਹੀਂ। ਇਸ ਵੇਲੇ ਹਾਲਾਤ ਇਹ ਆ ਕਿ ਤੁਹਾਡਾ ਰੈਵਨਿਊ ਜਨਰੇਸ਼ਨ ਜਿਹੜੀ ਆ, ਰੈਵਨਿਊ ਕਲੈਕਸ਼ਨ ਜਿਹੜੀ ਆ, ਉਹ ਕਿਤੇ ਵੀ ਨਹੀਂ। ਲੇਕਿਨ ਤੁਹਾਡੇ ਕੋਲ ਖਰਚੇ ਅੱਗੇ ਨਾਲੋਂ ਵੱਧ ਰਹੇ। ਸੋ ਸੁਖਬੀਰ ਸਿੰਘ ਬਾਦਲ ਔਰ ਕੈਪਟਨ ਅਮਰਿੰਦਰ ਸਿੰਘ ਦੀ ਲੜਾਈ ਸਾਨੂੰ ਸਵਾਦਲੀ ਨਹੀਂ ਲੱਗਦੀ। ਦੇਖੋ, ਲੜਾਈ ਤੇ ਇਹ ਆ ਕਿ ਇਹਨਾਂ ਦੀ ਲੜਾਈ, ਇਹ ਪੰਜਾਬ ਦੀ ਲੜਾਈ ਲੜਦੇ ਜਾਂ ਨਹੀਂ ਲੜਦੇ, ਲੇਕਿਨ ਜਿਉਂ ਹੀ ਆ ਝੋਨਾ ਲੱਗਣਾ, ਤੁਹਾਡਾ ਝੋਨੇ ਦੀ ਲਗਾਈ ਪੂਰੀ ਹੋ ਗਈ, ਝੋਨਾ ਲੱਗ ਗਿਆ, ਕਿਸਾਨ ਵਿਹਲੇ ਹੋ ਜਾਣੇ ਨੇ।
ਜਿਹੜੇ ਬੇਰੁਜ਼ਗਾਰ ਨੇ ਉਹ ਇੱਕ ਜਗ੍ਹਾ ਤੇ ਤੁਰੇ ਫਿਰਦੇ ਨੇ, ਇਕੱਠੇ ਹੋ ਰਹੇ ਨੇ ਜੀ। ਆਖਰਕਾਰ ਉਹਨਾਂ ਨੇ ਕਿਹਨਾਂ ਨੂੰ ਘੇਰਨਾ? ਫਿਰ ਇਹਨਾਂ ਨੂੰ ਹੀ, ਇਹਨਾਂ ਦੇ ਖਿਲਾਫ ਜੰਗ ਵਿੱਢੀ ਜਾਣੀ ਹੈ। ਹੁਣ ਤੇ ਇਹ 10-12 ਬੰਦੇ ਆਪਸ ਵਿੱਚ ਹੀ ਇਕੱਠੇ ਨਹੀਂ ਬੈਠ ਸਕੇ, 3-4 ਪਾਰਟੀਆਂ ਸੀ ਇਕੱਠੀਆਂ ਨਹੀਂ ਬੈਠ ਸਕੀਆਂ। ਇਹਨਾਂ ਦੀ ਅਜੇ ਤੱਕ ਕੋਈ ਤੁਹਾਡੀ ਯੋਜਨਾ ਜਿਹੜੀ ਸਾਹਮਣੇ ਨਹੀਂ ਆ ਰਹੀ। ਲੇਕਿਨ ਇਹ ਜ਼ਰੂਰ ਪਤਾ ਆ ਕਿ ਜਿਨ੍ਹਾਂ ਨੇ ਮਹਿੰਗੇ ਭਾਅ ਦਾ ਡੀਜ਼ਲ ਲੈ ਕੇ ਝੋਨਾ ਬੀਜ ਲਿਆ, ਔਖੇ ਸੌਖੇ ਹੋ ਕੇ ਕਰਜ਼ਾ ਚੁੱਕ ਕੇ, ਜਦੋਂ ਉਹਨਾਂ ਨੂੰ ਕਿਸ਼ਤਾਂ ਆਉਣੀਆਂ ਸ਼ੁਰੂ ਹੋਣੀਆਂ ਫਿਰ ਉਹਨਾਂ ਨੇ ਇਹਨਾਂ ਦੇ ਵਾਲੇ ਤੁਰ ਪੈਣਾ। ਨਹੀਂ ਪਰ ਸਰਦਾਰ ਜੀ ਉੱਥੇ ਵੀ ਨਿਕਲਦਾ ਕੱਖ ਨਹੀਂ ਨਾ, ਵੀ ਤੁਸੀਂ ਰੇਲ ਰੋਕ ਦਿਓ, ਸੜਕ ਰੋਕ ਦਿਓ, ਵੱਧ ਤੋਂ ਵੱਧ ਵੱਡੇ ਤੋਂ ਵੱਡਾ ਮਸਲਾ ਕਰੋਗੇ ਤੇ ਮਟਕਾ ਚੌਂਕ ਜਾਂ ਜੰਤਰ ਮੰਤਰ ਚਲੇ ਜਾਓਗੇ। ਲੇਕਿਨ ਅਖੀਰ ਦੇ ਵਿੱਚ ਜਿਹੜੀਆਂ ਧਿਰਾਂ ਉਹਨਾਂ ਦੀ ਅਗਵਾਈ ਕਰਦੀਆਂ, ਹਾਂ ਅੰਦੋਲਨਾਂ ਦੀ ਅਗਵਾਈ ਕਰਦੀਆਂ, ਬਿਲਕੁਲ ਉਹ ਵੀ ਤੇ ਸਿਆਸੀ ਬੰਦਿਆਂ ਨਾਲ, ਉਹ ਵੀ ਤੇ ਸਿਆਸੀ ਨੇ, ਉਹ ਜੱਫੀ ਪਾ ਲੈਂਦੀਆਂ, ਅਹੁਦੇ ਲੈ ਜਾਂਦੀਆਂ, ਅੰਦੋਲਨ ਦਾ ਸਿਰ ਵੱਢ ਕੇ ਲੈ ਜਾਂਦੀਆਂ। ਇੱਥੇ ਮਿਲਿਆ ਕਿਹਨੂੰ ਕੀ ਆ? ਮੈਂ ਜਿੰਨੇ ਵੱਡੇ ਚਿਹਰੇ ਕਿਸਾਨੀ ਦੇ ਵੀ ਆ, ਬਿਲਕੁਲ ਸਾਰੇ ਬੈਠੇ ਨੇ ਚੇਅਰਮੈਨੀਆਂ ਲੈ ਕੇ, ਸਾਡੇ ਸਾਹਮਣੇ ਨੇ ਵੀ ਇੱਕ ਸਰਕਾਰ ਦਾ ਵਿਰੋਧ ਕਰਦੇ ਆ, ਦੂਜੀ ਆ ਕੇ ਉਹਨੂੰ ਸੱਤਾ ਚੇਅਰਮੈਨ ਹੀ ਦੇ ਦਿੰਦੀ ਆ, ਇੱਕ ਦੂਜੀ ਦਾ ਕਰਦੇ ਤੇ ਪਹਿਲੀ ਆ ਕੇ ਚੇਅਰਮੈਨ ਹੀ ਦੇ ਦਿੰਦੀ ਹੈ। ਤੇ ਜੇ ਕੋਈ ਬਚਦਾ ਹੈ ਉਹਨੂੰ ਕੋਈ ਕਹਿੰਦਾ ਜੀ ਇਹ ਨਕਸਲਾਈਟ ਨੇ, ਇਹ ਖਾੜਕੂ ਵਿਚਾਰਧਾਰਾ ਵਾਲੇ ਆ। ਲੇਕਿਨ ਯੁੱਧ ਲੜੇ ਜਾਣੇ ਸੀ ਜਿੱਥੇ, ਉੱਥੇ ਲੜੇ ਨਹੀਂ ਗਏ। ਜਿਹੜਾ ਯੁੱਧ ਇਹ ਲੜ ਰਹੇ ਆ ਸਿਆਸੀ, ਸੁਖਬੀਰ, ਭਗਵੰਤ ਮਾਨ, ਕੈਪਟਨ ਅਮਰਿੰਦਰ, ਸੁਨੀਲ ਜਾਖੜ ਤੇ ਬਾਕੀ, ਇਹ ਯੁੱਧ ਨਹੀਂ ਆ, ਇਹ ਡਰਾਮਾ ਹੈ, ਬਿਲਕੁਲ ਇਹ ਦਿਖਾਵਾ ਹੈ। ਇੱਕ ਬੜੀ ਦਿਲਚਸਪ ਗੱਲ 2 ਦਿਨ ਤੁਰਦੀ ਰਹੀ, ਅਸੀਂ ਤੇ ਉੱਤੇ ਬਹੁਤਾ ਜਾਣਾ ਨਹੀਂ ਸਮਝਿਆ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਕੁਰਬਾਨੀ ਦੇਾਂਗੇ। ਲੇਕਿਨ ਕੁਰਬਾਨੀ ਕਦੋਂ ਦਿੱਤੀ ਗਈ ਅੱਜ ਤੱਕ ਜੇ ਇਤਿਹਾਸ ਫਰੋਲ ਲਓ ਤੇ ਮੈਨੂੰ ਤਾਂ ਪਿਛਲੇ ਦਹਾਕਿਆਂ ਤੋਂ ਪਰਿਵਾਰਕ ਤੌਰ ਤੇ ਸੱਤਾ ਇਹਨਾਂ ਕੋ ਰਹੀ ਆ, ਮੈਨੂੰ ਤੇ ਕਿਤੇ ਕੁਰਬਾਨੀ ਦਿੰਦੇ ਨਜ਼ਰ ਨਹੀਂ ਆਏ। ਮੈਂ ਤੇ ਪਹਿਲਾਂ ਵੀ ਕਿਹਾ ਸੀ ਵੀ ਸੁਖਬੀਰ ਜੀ ਦਾ ਸਿਆਸੀ ਜੀਵਨ, ਸੁਖਬੀਰ ਬਾਦਲ ਦਾ ਜਿਹੜਾ 1996 ਤੋਂ ਸ਼ੁਰੂ ਹੁੰਦਾ ਜੀ ਤੇ 2020 ਤੱਕ 24 ਸਾਲ ਦਾ ਸਫ਼ਰ ਹੈ, ਸਿਆਸੀ ਸਫ਼ਰ ਹੈ ਜੀ। ਉਹਦੇ 'ਚ ਕੋਈ ਇੱਕ ਮੌਕਾ ਐਸਾ ਨਹੀਂ ਹੈ ਜਦੋਂ ਕੁਰਬਾਨੀ ਦਾ ਕਿਤੇ ਹੋਇਆ ਹੋਵੇ। ਇੱਕ ਵਾਰ ਸਿਰਫ ਚੰਡੀਗੜ੍ਹ ਦੇ ਸ਼ਾਇਦ ਕੋਈ ਇਹ ਗਏ ਸੀ ਧਰਨਾ ਦੇਣ ਤੇ ਉੱਥੇ ਪਾਣੀ ਦੀਆਂ ਬੁਛਾਰਾਂ ਜ਼ਰੂਰ ਵੱਜੀਆਂ ਸੀ। ਹਾਂ, ਉਹ ਥੋੜਾ ਜਿਹਾ ਫੋਟੋਆਂ ਭੈੜੀਆਂ ਜਿਹੀਆਂ ਆਈਆਂ। ਦੇਖੋ ਉਹ ਫੋਟੋ ਜਿਹੀਆਂ ਆਈਆਂ ਸੀ, ਲੇਕਿਨ ਉਹ ਫੋਟੋਆਂ ਵਿੱਚ ਜੇ ਕਿਤੇ ਜਿਨ੍ਹਾਂ ਨੇ ਵੀਡੀਓ ਗੌਰ ਨਾਲ ਦੇਖੀ ਹੋਵੇ, ਜਿਸ ਵੇਲੇ ਸੁਖਬੀਰ ਤੇ ਪਾਣੀ ਵੱਜਦਾ ਉਸ ਵੇਲੇ ਸਾਰੇ ਕਮਾਂਡੋ ਜਿਹੜੇ ਸੀ ਭੱਜ ਕੇ ਆਏ ਸੀ ਇਹਨਾਂ ਦੇ ਉੱਤੇ, ਵੀ ਪਿੱਛੇ ਇਸ਼ਾਰਾ ਸੀ ਕਿ ਭਾਈ ਇਹਨੂੰ ਨਾ ਪਾਣੀ ਹੋਰ ਮਾਰਿਓ, ਇਹ ਸਾਡਾ, ਅਸੀਂ ਇਹਦੀ ਰਾਖੀ ਲਈ ਨਾਲ ਆ ਜੀ। ਲੇਕਿਨ ਬਾਕੀ ਜਿਹੜੇ ਲੋਕ ਰੋਸ ਧਰਨੇ ਦਿੰਦੇ ਨੇ ਉਹਨਾਂ ਦੇ ਉੱਤੇ ਲਾਠੀ ਚਾਰਜ ਵੀ ਹੁੰਦਾ, ਗੋਲੀਆਂ ਵੀ ਚੱਲਦੀਆਂ ਨੇ। ਉਹਨਾਂ ਦੀ ਕੁਰਬਾਨੀ ਹੱਕ ਮੰਗਣ ਵਾਲੇ ਦੀਆਂ ਕੁਰਬਾਨੀਆਂ ਦਾ ਜਿਹੜਾ ਸਾਰਾ ਸਾਹਮਣੇ ਆ। ਸਰਦਾਰ ਜੀ, ਕੁਰਬਾਨੀ ਤਾਂ ਉੱਥੇ ਨਾ ਦਿੱਤੀ ਗਈ ਜਿੱਥੇ ਘਰ ਬਚਾਉਣਾ ਸੀ। ਜਦੋਂ ਸੁਖਦੇਵ ਸਿੰਘ ਢੀਂਡਸਾ ਰੁੱਸ ਕੇ ਸਾਲ ਘਰ ਬੈਠੇ ਰਹੇ, ਕਿੰਨਾ ਕੁ ਮੁਸ਼ਕਲ ਸੀ। ਆਪਣੇ ਪਰਿਵਾਰਕ ਜੀ ਦੀ ਮਿਨਿਸਟਰੀ ਵਾਪਸ ਲੈ ਕੇ ਸੁਖਦੇਵ ਸਿੰਘ ਢੀਂਡਸਾ ਨੂੰ ਪ੍ਰਪੋਜ਼ਲ ਤਾਂ ਦੇ ਕੇ ਦੇਖਦੇ, ਕਹਿੰਦੇ ਤਾਂ ਸਹੀ ਜੇ ਤੁਸੀਂ ਸੀਨੀਅਰ ਮੋਸਟ ਬਾਦਲ ਤੋਂ ਬਾਅਦ ਤੇ ਚਲੋ ਤੁਹਾਨੂੰ ਕੇਂਦਰ ਦੇ ਵਿੱਚ ਵਜ਼ੀਰ ਬਣਾ ਦੇ। ਬੜੇ ਔਖੇ ਜਿਹੇ ਸਵਾਲ ਪਾਉਂਦੇ ਹੋ। ਨਹੀਂ ਮੈਂ ਨਹੀਂ, ਇਹ ਤਾਂ ਸੌਖਾ ਸਵਾਲ ਪੁੱਛਿਆ। ਨਹੀਂ ਤੁਸੀਂ, ਮੈਂ ਦੇਖਿਆ ਉਹ ਕਹਿੰਦੇ ਛੱਡਣ ਨੂੰ ਤਿਆਰ ਆ। ਮੈਂ ਕਹਿੰਦਾ ਅਕਾਲੀ ਦਲ ਨਹੀਂ ਛੱਡ, ਤੁਸੀਂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੇ ਕੇ ਦੇਖਦੇ, ਪੁਰਾਣੇ ਬੰਦੇ ਬੈਠੇ ਨੇ। ਸਵਾਲ ਤੇ ਇਹ ਆ, ਫਿਰ ਉਹੀ ਗੱਲ ਆ, ਬੜੀ ਮੁਸ਼ਕਲ ਨਾਲ ਕੁਰਬਾਨੀ ਦੇ ਕੇ ਲੋਕਾਂ ਦੀ ਸੱਤਾ ਲਈ ਸੀ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕੁਰਬਾਨੀ ਲਫ਼ਜ਼ ਵਰਤ ਕੇ ਤੇ ਆਪਣੀ ਕੁਰਬਾਨੀ ਦੇਣੀ ਹੈ, ਦੂਸਰੇ ਦੀ ਵੀ ਦੇ ਦਿੱਤੀ ਆ। ਅੱਛਾ, ਇਹ ਸਿਆਸਤ ਦਾ ਗੁਰ ਆ। ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਲੇਕਿਨ ਅਸੀਂ ਇਹ ਜ਼ਰੂਰ ਕਵਾਂਗੇ ਕਿ ਭਾਈ ਤੁਸੀਂ ਵੀ ਕੁਰਬਾਨ ਨਾ ਹੋਵੋ, ਕਿਸੇ ਹੋਰ ਦੀ ਕੁਰਬਾਨੀ ਵੀ ਨਾ ਦਵੋ। ਘੱਟੋ ਘੱਟ ਪੰਜਾਬ ਦੀ ਕਿਸਾਨੀ ਨੂੰ ਜਿਨ੍ਹਾਂ ਮੁੱਦਿਆਂ ਦੇ ਉੱਤੇ ਕੋਈ ਰਾਹਤ ਚਾਹੀਦੀ ਹੈ, ਉਹ ਰਾਹਤ ਭਾਵੇਂ ਕੇਂਦਰ ਕੋ ਹੱਥ ਜੋੜ ਕੇ ਲੈ ਲਓ, ਦਬਕੇ ਨਾਲ ਲੈ ਲਓ, ਉਹ ਰਾਹਤ ਜਿਹੜੀ ਪੰਜਾਬ ਦੀ ਝੋਲੀ 'ਚ ਪਵਾ ਦਿਓ। ਬਿਲਕੁਲ ਠੀਕ ਹੈ ਸਰਦਾਰ ਸਾਹਿਬ ਦੀ ਗੱਲ। ਲੇਕਿਨ ਇਸ ਤੋਂ ਵੀ ਵੱਡਾ ਸਵਾਲ ਅੱਜ ਦੇ ਇਤਿਹਾਸਕ ਦਿਨ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ, ਔਰ ਉਹ ਬਰਸੀ ਕਾਹਦੀ ਸੀ? ਸਿੱਖ ਰਾਜ ਚਲੇ ਗਿਆ। ਉਹ ਦਿਨ ਕਾਹਦਾ ਸੀਗਾ? ਸਿੱਖ ਰਾਜ ਚਲੇ ਗਿਆ। ਆਖਰ ਅਸੀਂ ਲੀਡਰਸ਼ਿਪ ਪੈਦਾ ਕਰਨ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੁੰਦੇ? ਇਹ ਸਵਾਲ ਤੁਹਾਡਾ ਆਪਣੇ ਆਪ ਨੂੰ ਵੀ ਕਰਨਾ ਬਣਦਾ ਹੈ ਕਿ ਜੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਇੰਨੀ ਸ਼ਾਨ ਨਾਲ ਤੁਰਿਆ ਤੇ ਉਹਦੇ ਤੋਂ ਕਿੰਨੀ ਜ਼ਿਆਦਾ ਮਲਟੀਪਲਾਈ ਕਰ ਲਓ, ਕਿੰਨੀ ਰਫ਼ਤਾਰ ਨਾਲ ਗਿਆ, ਕਿੰਨੀ ਰਫ਼ਤਾਰ ਨਾਲ ਉਹ ਰਾਜ ਖਤਮ ਹੋ ਗਿਆ। ਅੰਗਰੇਜ਼ ਜਿਹੜੇ ਜੁਰਤ ਨਹੀਂ ਸੀ ਕਰਦੇ। ਹਿੰਦੁਸਤਾਨ 200 ਸਾਲ ਗੁਲਾਮ ਰਿਹਾ, ਲੇਕਿਨ ਪੰਜਾਬ 100 ਸਾਲ ਗੁਲਾਮ ਰਿਹਾ। ਸਿਰਫ ਤੇ ਸਿਰਫ ਇੱਕ ਡਰ ਸੀ, ਇੱਕ ਵਿਉਂਤਬੰਦੀ ਸੀ, ਇੱਕ ਰਾਜ ਕਰਨ ਦਾ ਹੁਨਰ ਸੀ। ਕੀ ਅਸੀਂ ਆਪਣੇ ਸ਼ਾਸਕ ਪੈਦਾ ਨਹੀਂ ਕਰ ਸਕੇ? ਸਵਾਲ ਸਾਡੇ ਵੱਲ ਵੀ ਉੱਠਦਾ ਹੈ
ਕਿ ਸਾਡੇ ਘਰਾਂ ਦੇ ਵਿੱਚ ਚੰਗੇ ਪ੍ਰੋਫੈਸ਼ਨਲ ਪੈਦਾ ਹੋ ਰਹੇ ਆ, ਕਿ ਅਸੀਂ ਚੰਗੇ ਰਾਜਨੀਤੀਵਾਨ ਕਿਉਂ ਨਹੀਂ ਪੈਦਾ ਕਰ ਪਾ ਰਹੇ। ਮੈਂ ਅੱਜ ਹਾਕ ਮਾਰ ਰਿਹਾ ਸੀ ਕੁਝ ਨੌਜਵਾਨਾਂ ਨੂੰ, ਮੇਰੀ ਕੋਸ਼ਿਸ਼ ਸੀਗੀ ਕਿ ਅਸੀਂ ਜਿਹੜੇ ਸਟੂਡੈਂਟ ਯੂਨੀਅਨਸ ਦੇ ਵਿੱਚ ਬੈਠੇ ਆ ਉਹਨਾਂ ਨੂੰ ਨਾਲ ਲਈਏ ਕਿ ਲੀਡਰਸ਼ਿਪ ਕਿਵੇਂ ਪੁੰਗਰਦੀ ਆ, ਕਿ ਕਾਲਜ ਔਰ ਯੂਨੀਵਰਸਿਟੀਜ਼ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਾਹੌਲ ਹੈ, ਕਿ ਲਾਇਬ੍ਰੇਰੀਆਂ ਦੇ ਵਿੱਚ ਪੋਲ ਸਾਇੰਸ ਦੀਆਂ ਕੋਈ ਕਿਤਾਬਾਂ ਪੜ੍ਹੀਆਂ ਜਾ ਰਹੀਆਂ, ਵਿਸ਼ਵ ਇਤਿਹਾਸ, ਪੰਜਾਬ ਦਾ ਇਤਿਹਾਸ, ਭਾਰਤ ਦਾ ਇਤਿਹਾਸ ਕੋਈ ਪੜ੍ਹਦਾ, ਕਿ ਕੋਈ ਜਦੋਂ ਇਹ ਇਕੱਠੇ ਹੁੰਦੇ ਆ ਤੇ ਉਹਨਾਂ ਚੋਂ ਹਿੱਕ ਦੇ ਜ਼ੋਰ ਤੇ ਕੋਈ ਭਾਸ਼ਣ ਵੀ ਕਰਦਾ, ਕਿ ਕਿਸੇ ਦੇ ਅੰਦਰ ਇਹ ਦਰਦ ਵੀ ਆ ਨੌਜਵਾਨਾਂ 'ਚ ਕਿ ਉਹ ਅੱਗੇ ਆ ਕੇ ਚੰਗਾ ਰਾਸੀ ਆਗੂ ਬਣ ਸਕੇ। ਇਹ ਸਵਾਲ ਅਸੀਂ ਪਾ ਰਹੇ ਸੀਗੇ। ਅਸੀਂ ਇੱਕ ਵੱਖਰੇ ਸੈਗਮੈਂਟ ਦੇ ਵਿੱਚ ਉਸ ਤਰ੍ਹਾਂ ਦੇ ਆਗੂਆਂ ਨੂੰ ਨਾਲ ਲੈ ਕੇ ਜਿਹੜੇ ਸਟੂਡੈਂਟ ਯੂਨੀਅਨਸ ਦੇ ਵਿੱਚ ਨੇ ਔਰ ਜਿਹੜੇ ਵਿਦਿਆਰਥੀ ਹੋ ਕੇ ਨੇਤਾ ਨੇ, ਕਿ ਉਹ ਕੱਲ ਨੂੰ ਨੌਕਰੀਆਂ 'ਚ ਖਪਤ ਹੋ ਜਾਣਗੇ, ਉਹ ਵਿਆਹ ਕਰਵਾ ਕੇ ਘਰ ਵਸਾ ਕੇ ਚੁੱਪ ਕਰਕੇ ਦਿਨ ਕੱਟੀ ਕਰਨਗੇ, ਜਾਂ ਕਿਧਰੇ ਉਹ ਆਪਣੇ ਆਪ ਨੂੰ ਝੋਕਣਗੇ ਇਸ ਬੁਰੀ ਤਰ੍ਹਾਂ ਲੜਖੜਾਈ ਹੋਈ ਵਿਵਸਥਾ ਨੂੰ ਫਿਰ ਮੋਢਾ ਦੇਣ ਲਈ ਕੋਈ ਹੰਬਲਾ ਮਾਰਨਗੇ। ਇਹ ਵੱਡੇ ਸਵਾਲ ਨੇ। ਇਹਨਾਂ ਸਵਾਲਾਂ ਦਾ ਜਵਾਬ ਵੀ ਸਾਨੂੰ ਹੀ ਦੇਣਾ ਹੈ। ਕਿੰਨੀ ਕੁ ਦੇਰ ਅਸੀਂ ਉਹ ਲੋਕ ਜਿਹੜੇ ਸਿਆਸਤ ਨੂੰ ਕਸਬ ਮੰਨ ਕੇ ਤੁਰੇ ਹੋਏ ਆ ਉਹਨਾਂ ਦੇ ਸਿਰ ਤੇ ਗੁਜ਼ਾਰਾ ਕਰਾਂਗੇ? ਅਸੀਂ ਰੋਜ਼ ਉਹਨਾਂ ਨੂੰ ਠੋਕਰਾਂ ਮਾਰਦੇ ਆ, ਉਹਨਾਂ ਨੂੰ ਤਾਨੇ ਮਿਹਣੇ ਮਾਰਦੇ ਆ, ਜਿਨ੍ਹਾਂ ਨੇ ਆਪਣੇ ਲਕਸ਼, ਆਪਣੇ ਮਕਸਦ, ਆਪਣੇ ਏਜੰਡੇ ਸੈੱਟ ਕੀਤੇ ਹੋਏ ਆ, ਜਿਨ੍ਹਾਂ ਲਈ ਸੱਤਾ ਇੱਕ ਸਾਧਨ, ਜਿਨ੍ਹਾਂ ਲਈ ਸੱਤਾ ਵਪਾਰ ਆ। ਅਸੀਂ ਉਹਨਾਂ ਤੋਂ ਉਮੀਦ ਕਰਦੇ ਆ। ਇਹ ਸਾਡੀ ਉਮੀਦ ਹੀ ਗਲਤ ਆ। ਮੈਂ ਕਈ ਵਾਰੀ ਮਹਿਸੂਸ ਕਰਦਾ ਹਾਂ ਕਿ ਅਸੀਂ ਗੱਲ ਹੀ ਗਲਤ ਕਰ ਰਹੇ ਹਾਂ, ਨਤੀਜੇ ਉੱਥੋਂ ਕੀ ਆਉਣੇ। ਲੇਕਿਨ ਇਹਦਾ ਬਦਲ ਕੀ ਆ? ਇਹਦਾ ਬਦਲ ਵੀ ਸਮਾਜ ਚੋਂ ਆਉਣਾ ਹੈ, ਇਹਦਾ ਬਦਲ ਤੁਹਾਡੇ ਘਰਾਂ ਚੋਂ ਆਉਣਾ ਹੈ। ਤੁਸੀਂ ਆਪਣੇ ਬੱਚੇ ਨੂੰ ਬਿਹਤਰ ਡਾਕਟਰ, ਇੰਜੀਨੀਅਰ, ਬਿਹਤਰ ਪੇਸ਼ੇਵਰ ਬਣਾਉਣ ਦੀ ਕੋਸ਼ਿਸ਼ 'ਚੋਂ ਤੁਸੀਂ ਇਹ ਨਹੀਂ ਕੋਸ਼ਿਸ਼ ਕਰ ਰਹੇ ਕਿ ਇਹ ਬਿਹਤਰ ਸਮਾਜ ਬਣਾਵੇ। ਇਸ ਖੇਤਰ ਦੇ ਵਿੱਚ ਆਪਣੇ ਬੱਚਿਆਂ ਨੂੰ ਤੋਰੋ, ਭਾਵੇਂ ਮੁੰਡੇ ਹੋਣ ਜਾਂ ਕੁੜੀਆਂ। ਇਹ ਮਤ ਸੋਚੋ ਕਿ ਔਖਾ ਰਾਹ ਹੈ। ਔਖੇ ਰਾਹਾਂ ਤੋਂ ਤੁਰੇ ਬਿਨਾ ਤੁਸੀਂ ਜਦੋਂ ਚਮਕੌਰ ਦੇ ਉਹਨਾਂ ਜੰਗਲਾਂ ਵੱਲ ਜਾਓਗੇ ਜੀ, ਤੁਸੀਂ ਚਮਕੌਰ ਦੀ ਉਸ ਯੁੱਧ ਵੱਲ ਜਾਓਗੇ, ਜਦੋਂ ਤੁਸੀਂ ਆਨੰਦਪੁਰ ਦੇ ਕਿਲੇ ਵੱਲ ਜਾਓਗੇ, ਤੇ ਫਿਰ ਤੁਹਾਨੂੰ ਇਹ ਜ਼ਰੂਰ ਸੋਚਣਾ ਹੋਊਗਾ ਕਿ ਆਪਣੇ ਆਪ ਨੂੰ ਬਚਾ ਕੇ ਕਿੰਨਾ ਚਿਰ ਰੱਖਾਂਗੇ। ਉਹ ਸਮਾਜ ਜਿਹਦੀਆਂ ਨੀਹਾਂ ਦੇ ਵਿੱਚ ਸਿਰ ਪਏ ਨੇ, ਅੱਜ ਉਹ ਫਿਰ ਵਿਖੜੇ ਰਾਹਾਂ ਤੇ ਖਿੰਡਰਨ ਵਾਲਾ। ਇਸ ਖੰਡਰਾਂ ਨੂੰ ਰੋਕਣ ਲਈ ਫਿਰ ਸਿਰ ਚਾਹੀਦੇ ਆ। ਇਸ ਵਾਰੀ ਤੇ ਪ੍ਰੀਖਿਆ ਵੀ ਔਖੀ ਨਹੀਂ, ਇਸ ਵਾਰੀ ਤੇ ਕੋਈ ਤੁਹਾਡੀ ਜਾਨ ਨਹੀਂ ਲੈ ਰਿਹਾ, ਇਸ ਵਾਰੀ ਕੋਈ ਲੱਖਾਂ ਦੁਸ਼ਮਣਾਂ ਨਾਲ ਮੁਕਾਬਲਾ ਨਹੀਂ, ਗੁੱਜੇ ਦੁਸ਼ਮਣ ਨਾਲ ਤੁਰੇ ਫਿਰਦੇ ਆ। ਸਵਾਲ ਇਹ ਆ ਕਿ ਤੁਸੀਂ ਇਹਦੇ ਵਿੱਚ ਸਰਗਰਮ ਪਾਰਟਿਸਿਪੇਸ਼ਨ ਲਈ ਤਿਆਰ ਹੋ ਕਿ ਨਹੀਂ। ਮੈਨੂੰ ਲੱਗਦਾ ਹੈ ਕਿ ਜਦੋਂ ਇਹ ਸਵਾਲ ਘਰਾਂ 'ਚ ਉੱਭਰਨ ਲੱਗ ਗਿਆ, ਜਦੋਂ ਮਾਪੇ ਬੱਚਿਆਂ ਨਾਲ ਗੱਲ ਕਰਨ ਲੱਗੇ ਕਿ ਪੁੱਤ ਤੂੰ MLA ਕਿਉਂ ਨਹੀਂ ਬਣਦਾ, ਪੁੱਤ ਤੂੰ ਸਿਆਸੀ ਮੈਦਾਨ 'ਚ ਕਿਉਂ ਨਹੀਂ ਕੁੱਦਦਾ, ਉਸ ਦਿਨ ਮੈਨੂੰ ਲੱਗਦਾ ਸਾਡੀ ਇਹ ਜਿਹੜੀ ਬੱਦੀ ਆ ਇਹ ਛੁੱਟ ਜਾਊਗੀ, ਔਰ ਮੈਨੂੰ ਉਹ ਰਾਹ ਜਲਦੀ ਮਿਲਦਾ ਨਜ਼ਰ ਆ ਰਿਹਾ। ਬਹੁਤ ਮਿਹਰਬਾਨੀ।